हाँ जी प्यारे साथियों सत श्री अकाल साਰਿਆਂ ਨੂੰ ਸਵਾਗਤ ਆ ਅੱਜ ਦੀ ਕਲਾਸ ਦੇ ਵਿੱਚ ਤੇ ਅੱਜ ਆਪਣੀ ਕਲਾਸ ਹੈਗੀ ਆ ਏਸ਼ੀਅਨ ਹਿਸਟਰੀ ਦੀ। ਵੈਸੇ ਤਾਂ ਜਿਹੜੀ ਆਪਣੀ ਏਸ਼ੀਅਨ ਹਿਸਟਰੀ ਆ ਕੰਪਲੀਟ ਹੋ ਜਾਣੀ ਸੀ, ਮਤਲਬ ਜਿਹੜਾ 2 ਹਫ਼ਤੇ ਦਾ ਆਪਣਾ ਗੈਪ ਰਿਹਾ ਵਾ ਹਨਾ, ਜੇ ਉਹ ਗੈਪ ਨਾ ਆਉਂਦਾ ਤੇ ਆਪਣੀ ਏਸ਼ੀਅਨ ਹਿਸਟਰੀ ਜਿਹੜੀ ਉਹ ਕੰਪਲੀਟ ਹੋ ਜਾਣੀ ਸੀ। ਪਰ ਚਲੋ ਕੋਈ ਗੱਲ ਨਹੀਂ, ਹੁਣ ਵੀ ਆਪਾਂ ਥੋੜੇ ਕੋਸ਼ਿਸ਼ ਕਰੂੰਗੀ ਵੀ ਏਸ਼ੀਅਨ ਹਿਸਟਰੀ ਦੀਆਂ ਕਲਾਸਾਂ ਆਪਾਂ ਵੱਧ ਲਾ ਲਈਏ ਤੇ ਇਹਦੇ ਨਾਲ ਕੀ ਹੋਊਗਾ ਕਿ ਏਸ਼ੀਅਨ ਹਿਸਟਰੀ ਆਪਣੀ ਕੰਪਲੀਟ ਹੋ ਜੂਗੀ। ਏਸ਼ੀਅਨ ਹਿਸਟਰੀ ਆਪਣੀ ਕੰਪਲੀਟ ਕਰਨ ਤੋਂ ਬਾਅਦ ਫਿਰ ਆਪਾਂ ਮਾਡਰਨ ਹਿਸਟਰੀ ਨਾਲ ਸਟਾਰਟ ਕਰ ਦਾਂਗੇ ਤੇ ਮੈਡੀਵਲ ਹਿਸਟਰੀ ਤਾਂ ਆਪਣੀ ਚੱਲੀ ਹੀ ਜਾਊਗੀ, ਠੀਕ ਆ, ਕਿਉਂਕਿ ਉਹ ਵੀ ਕਾਫੀ ਲੈਂਥੀ ਆ, ਠੀਕ ਆ। ਤੇ ਆਪਾਂ ਏਸ਼ੀਅਨ ਹਿਸਟਰੀ ਦੇ ਵਿੱਚ ਕਰਦੇ ਪਏ ਸੀ ਜੈਨ ਧਰਮ ਤੇ ਬੁੱਧ ਧਰਮ, ਠੀਕ ਆ। ਇਹਨਾਂ ਨੂੰ ਆਪਾਂ ਕਰਦੇ ਪਏ ਸੀ ਇਕੱਠਾ ਹੀ, ਠੀਕ ਆ, ਕਿਉਂਕਿ ਅੱਜ ਤੱਕ ਤੁਸੀਂ ਜੈਨ ਧਰਮ ਅਲੱਗ ਪੜ੍ਹਿਆ, ਬੁੱਧ ਧਰਮ ਅਲੱਗ ਪੜ੍ਹਿਆ, ਜਿਹੜਾ ਕਿ ਤੁਹਾਡੇ ਦਿਮਾਗ ਦੇ ਵਿੱਚ ਕੀ ਹੋ ਜਾਂਦਾ ਵਾ, ਮਿਕਸ ਹੋ ਜਾਂਦਾ ਵਾ। ਪਰ ਮੈਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਕੋਰਿਲੇਟ ਕਰਕੇ ਕਰਵਾਇਆ, ਠੀਕ ਆ। ਤੇ ਜਿਹੜੇ ਬੱਚੇ ਅੱਜ ਇਸ ਕਲਾਸ ਤੇ ਆਏ ਨੇ ਉਹ ਜੈਨ ਧਰਮ ਵਾਲੀ ਪਹਿਲੀ ਕਲਾਸ ਜ਼ਰੂਰ ਦੇਖ ਕੇ ਆਓ, ਪਾਰਟ 1, ਫਿਰ ਹੀ ਤੁਹਾਨੂੰ ਅੱਗੇ ਸੀਕੁਐਂਸ ਜਿਹੜਾ ਵਾ ਫਿਰ ਹੀ ਤੁਹਾਨੂੰ ਪਤਾ ਲੱਗੂਗਾ, ਠੀਕ ਹੈ। ਜਿਹੜੀ ਆਪਾਂ ਪਹਿਲੀ ਕਲਾਸ ਕੀਤੀ ਸੀ ਜੈਨ ਧਰਮ ਬੁੱਧ ਧਰਮ ਦੇ ਵਿੱਚ, ਉਹਦੇ ਵਿੱਚ ਆਪਾਂ ਇੱਕ ਸਾਈਡ ਮਹਾਤਮਾ ਬੁੱਧ ਤੇ ਇੱਕ ਸਾਈਡ ਭਗਵਾਨ ਮਹਾਵੀਰ ਦਾ ਬਾਇਓਡਾਟਾ ਸਾਰਾ ਕੀਤਾ ਸੀ। ਉਹਨਾਂ ਦਾ ਜਨਮ ਕਿੱਥੇ ਹੋਇਆ, ਉਹਨਾਂ ਦੇ ਮਾਤਾ ਪਿਤਾ ਦਾ ਨਾਂ, ਉਹਨਾਂ ਨੂੰ ਗਿਆਨ ਦੀ ਪ੍ਰਾਪਤੀ, ਠੀਕ ਹੈ, ਵਗੈਰਾ ਵਗੈਰਾ ਸਭ ਕੁਛ ਜਿਹੜਾ ਆਪਾਂ ਇਕੱਠਾ ਕੀਤਾ ਸੀ ਤਾਂ ਕਿ ਤੁਹਾਨੂੰ ਉਹਦੇ ਵਿੱਚ ਭੁਲੇਖਾ ਨਾ ਪਵੇ, ਠੀਕ ਆ। ਹੁਣ ਅੱਗੇ ਆਪਾਂ ਇਹਨਾਂ ਦੇ ਧਾਰਮਿਕ ਪੱਖ ਦੀ ਗੱਲ ਕਰਨੀ ਆ, ਠੀਕ ਆ, ਕਿਉਂਕਿ ਇਹਦੇ ਵਿੱਚੋਂ ਸਾਨੂੰ ਬਹੁਤ ਹੀ ਜ਼ਿਆਦਾ ਕੁਐਸਚਨ ਆਉਂਦੇ ਆ ਤੇ ਇਹਨਾਂ ਦੇ ਵਿੱਚ ਅਸੀਂ ਭੁਲੇਖਾ ਵੀ ਖਾਂਦੇ। ਉਹ ਕਿਵੇਂ ਖਾਂਦੇ ਆ, ਦੇਖੋ, ਇੱਕ ਸਾਈਡ ਆਪਾਂ ਜੈਨ ਧਰਮ ਲੈ ਲਿਆ, ਇੱਕ ਸਾਈਡ ਆਪਾਂ ਕੀ ਲੈ ਲਿਆ, ਬੁੱਧ ਧਰਮ ਲੈ ਲਿਆ, ਠੀਕ ਆ। ਦੇਖੋ, ਜੈਨ ਧਰਮ ਨੇ 4 ਸੱਚਾਈਆਂ ਦਿੱਤੀਆਂ, ਠੀਕ ਹੈ। ਜੈਨ ਧਰਮ ਨੇ 4 ਸੱਚਾਈਆਂ ਦਿੱਤੀਆਂ। ਪਹਿਲੀ ਸੱਚਾਈ ਅਹਿੰਸਾ, ਦੂਜੀ ਸੱਚ ਬੋਲਣਾ, ਤੀਜੀ ਚੋਰੀ ਨਾ ਕਰਨਾ, ਚੌਥਾ ਸੰਪਤੀ ਨਾ ਰੱਖਣਾ, ਠੀਕ ਹੈ। ਇਹ ਜਿਹੜੀਆਂ 4 ਸੱਚਾਈਆਂ ਹੀ ਸਾਨੂੰ ਪੁੱਛ ਲਈਆਂ ਜਾਂਦੀਆਂ ਪੇਪਰ ਦੇ ਵਿੱਚ। ਸੀਕੁਐਂਸ ਯਾਦ ਰੱਖਣ ਦੀ ਲੋੜ ਨਹੀਂ ਤੁਹਾਨੂੰ, ਇਹਨਾਂ ਦਾ ਸੀਕੁਐਂਸ ਯਾਦ ਰੱਖਣ ਦੀ ਲੋੜ ਨਹੀਂ, ਬਸ ਤੁਸੀਂ ਇਹਨਾਂ ਦੇ ਨਾਮ ਯਾਦ ਰੱਖਣੇ, ਕਿਉਂਕਿ ਹੋ ਸਕਦਾ ਸਾਨੂੰ ਪੇਪਰ ਦੇ ਵਿੱਚ ਐਵੇਂ ਪੁੱਛ ਲੈਣ ਵੀ ਇਹਨਾਂ ਦੇ ਵਿੱਚੋਂ ਕਿਹੜੀ ਨਹੀਂ ਆ ਜਾਂ ਕਿਹੜੀ ਇੱਕ ਹੈਗੀ। ਹੋ ਸਕਦਾ ਕੋਈ ਊਟ ਪਟੰਗ ਹੋਰ ਵਿੱਚ ਪਾ ਦੇਣ ਤੇ ਕਹਿ ਦੇਣ ਵੀ ਕਿਹੜੀ ਨਹੀਂ ਹੈਗੀ, ਹਨਾ, ਇਸ ਤਰੀਕੇ ਦੇ ਨਾਲ, ਠੀਕ ਹੈ। ਨਾਲ ਇਹ ਵੀ ਯਾਦ ਰੱਖਣਾ ਵਾ ਕਿ ਜਿਹੜੇ ਮੈਂ ਤੁਹਾਨੂੰ ਤੀਰਥੰਕਰ ਵੀ ਕਰਵਾਉਂਗੀ, ਠੀਕ ਆ। ਚਲੋ ਇਹ ਤਾਂ ਇੱਕ ਲਾਈਨ ਦਾ ਟੌਪਿਕ ਆ, ਮੈਂ ਤੁਹਾਨੂੰ ਕਰਵਾ ਦੂੰਗੀ, ਠੀਕ ਆ। ਜਿਹੜੇ 23ਵੇਂ ਤੀਰਥੰਕਰ ਆ ਨਾ, ਪਾਰਸ਼ਵਨਾਥ, ਹਨਾ, ਜੈਨ ਧਰਮ ਦੇ 24ਵੇਂ ਤੀਰਥੰਕਰ ਕੌਣ ਆ, ਭਗਵਾਨ ਮਹਾਵੀਰ। ਤੁਸੀਂ ਨੋਟ ਕਰ ਲਓ ਸੁਣ ਕੇ, 24ਵੇਂ ਤੀਰਥੰਕਰ ਕੌਣ ਆ, ਭਗਵਾਨ ਮਹਾਵੀਰ। ਤੇ ਜੇ ਆਪਾਂ ਗੱਲ ਕਰੀਏ ਪਹਿਲੇ ਤੀਰਥੰਕਰ ਦੀ ਤਾਂ ਉਹ ਹੈਗੇ ਆ ਰਿਸ਼ਭਦੇਵ, ਠੀਕ ਹੈ, ਇਸ ਤਰ੍ਹਾਂ। ਪਰ ਜਿਹੜੇ 23ਵੇਂ ਤੀਰਥੰਕਰ ਸੀ ਉਹ ਸੀਗੇ ਪਾਰਸ਼ਵਨਾਥ ਤੇ ਇਹਨਾਂ ਨੇ ਹੀ ਇਹ ਵਾਲੀਆਂ 4 ਸੱਚਾਈਆਂ ਦਿੱਤੀਆਂ। ਕਿਹਨਾਂ ਨੇ? 23ਵੇਂ ਤੀਰਥੰਕਰ ਪਾਰਸ਼ਵਨਾਥ ਨੇ। ਪਹਿਲੀ ਸੱਚਾਈ ਅਹਿੰਸਾ, ਦੂਜੀ ਸੱਚ ਬੋਲਣਾ, ਤੀਜੀ ਚੋਰੀ ਨਾ ਕਰਨਾ, ਚੌਥਾ ਸੰਪਤੀ ਨਾ ਰੱਖਣਾ, ਠੀਕ ਹੈ। ਤੇ 4 ਸੱਚਾਈਆਂ ਬੁੱਧ ਧਰਮ ਦੀਆਂ ਵੀ ਆ, ਜੈਨ ਧਰਮ ਦੀਆਂ ਵੀ ਆ, ਜਿਨ੍ਹਾਂ ਵਿੱਚ ਅਸੀਂ ਕੀ ਕਰਦੇ ਆ, ਭੁਲੇਖਾ ਖਾ ਜਾਂਦੇ ਆ, ਠੀਕ ਆ। ਇਸੇ ਹੀ ਕਰਕੇ ਮੈਂ ਕੋਰਿਲੇਟ ਕਰਕੇ ਕਰਵਾ ਰਹੀ। ਦੇਖੋ ਕਿੰਨਾ ਕੁਝ ਸੇਮ ਜਿਹਾ ਲੱਗਦਾ। 4 ਸੱਚਾਈਆਂ ਜੈਨ ਧਰਮ ਦੀਆਂ ਵੀ ਹੈਗੀਆਂ, 4 ਸੱਚਾਈਆਂ ਬੁੱਧ ਧਰਮ ਦੀਆਂ ਵੀ ਹੈਗੀਆਂ ਤੇ ਅਸੀਂ ਇਹਨਾਂ ਵਿੱਚ ਭੁਲੇਖਾ ਖਾਂਦੇ ਆ। ਤੇ ਹੁਣ ਮੈਂ ਤੁਹਾਨੂੰ ਦੱਸੂਗੀ ਬੁੱਧ ਧਰਮ ਦੀਆਂ। ਦੇਖੋ, ਜਿਹੜੀਆਂ ਬੁੱਧ ਧਰਮ ਦੀਆਂ 4 ਸੱਚਾਈਆਂ ਵਾ ਉਹ ਹੈਗਾ ਵਾ ਦੁੱਖ ਸਮੁਦਾਇ, ਦੁੱਖ ਨਿਰੋਧ ਪ੍ਰਤੀਪਦਾ। ਇਹਨਾਂ ਦਾ ਤੁਸੀਂ ਥੋੜਾ ਜਿਹਾ ਯਾਦ ਵੀ ਰੱਖਣਾ ਵਾ। ਦੁੱਖ ਦਾ ਮਤਲਬ ਇਹਨਾਂ ਨੇ ਦੱਸਿਆ ਸੀਗਾ ਵੀ ਸੰਸਾਰ ਦੁੱਖਾਂ ਦਾ ਘਰ ਹੈ, ਠੀਕ ਆ। ਦੁੱਖ ਸਮੁਦਾਇ ਦਾ ਇਹਨਾਂ ਨੇ ਦੱਸਿਆ ਇਹਦਾ ਕਾਰਨ ਕੀ ਆ, ਸਾਡੀਆਂ ਇੱਛਾਵਾਂ, ਯਾਨੀ ਕਿ ਜੇ ਸੰਸਾਰ ਦੁੱਖਾਂ ਦਾ ਘਰ ਆ ਤੇ ਦੁੱਖਾਂ ਦਾ ਕਾਰਨ ਕੀ ਆ, ਸਾਡੀਆਂ ਇੱਛਾਵਾਂ। ਤੁਸੀਂ ਏਦਾਂ ਲਿਖ ਸਕਦੇ ਹੋ, ਦੁੱਖਾਂ ਦਾ ਕਾਰਨ ਸਾਡੀਆਂ ਇੱਛਾਵਾਂ, ਕਿਉਂਕਿ ਮੈਂ ਸ਼ਾਰਟ 'ਚ ਲਿਖਿਆ, ਤੁਸੀਂ ਪੂਰਾ ਲਿਖ ਲਓ, ਠੀਕ ਆ। ਉਸ ਤੋਂ ਬਾਅਦ ਤੀਜੀ ਸੱਚਾਈ ਹੈਗੀ ਆ ਦੁੱਖ ਨਿਰੋਧ ਦਾ ਮਤਲਬ ਹੁੰਦਾ ਵਾ ਕਿਸੇ ਚੀਜ਼ ਨੂੰ ਘੱਟ ਕਰਨਾ, ਠੀਕ ਆ। ਡੈਫੀਨੇਸ਼ਨ ਆਓ, ਠੀਕ ਆ। ਦੁੱਖ ਨਿਰੋਧ ਮਤਲਬ ਕਿ ਸੰਸਾਰ ਦੁੱਖਾਂ ਦਾ ਘਰ ਆ, ਦੁੱਖਾਂ ਦਾ ਕਾਰਨ ਸਾਡੀਆਂ ਇੱਛਾਵਾਂ ਵਾ ਤੇ ਜੇ ਇਹ ਇੱਛਾਵਾਂ ਸਾਡੇ ਦੁੱਖਾਂ ਦਾ ਕਾਰਨ ਆ ਤੇ ਅਸੀਂ ਇਹਨਾਂ ਇੱਛਾਵਾਂ ਨੂੰ ਘਟਾ ਸਕਦੇ ਆ। ਇਹ ਕੌਣ ਕਹਿੰਦੇ ਆ? ਬੁੱਧ ਧਰਮ ਵਾਲੇ ਕਹਿੰਦੇ ਆ, ਠੀਕ ਆ। ਜੇ ਸੰਸਾਰ ਦੁੱਖਾਂ ਦਾ ਘਰ ਆ, ਦੁੱਖਾਂ ਦਾ ਕਾਰਨ ਸਾਡੀਆਂ ਇੱਛਾਵਾਂ ਵਾ, ਜੇਕਰ ਇੱਛਾਵਾਂ ਨੂੰ ਘਟਾਇਆ ਜਾ ਸਕਦਾ ਵਾ ਤੇ ਫਿਰ ਸਵਾਲ ਪੈਦਾ ਹੁੰਦਾ ਵਾ ਵੀ ਇੱਛਾਵਾਂ ਨੂੰ ਘਟਾਇਆ ਕਿਵੇਂ ਜਾ ਸਕਦਾ, ਠੀਕ ਆ।
ਫਿਰ ਬੁੱਧ ਧਰਮ ਨੇ ਦੱਸਿਆ, ਕਹਿੰਦੇ ਵੀ ਤੁਸੀਂ ਅਸ਼ਟ ਮਾਰਗ ਤੇ ਚੱਲ ਕੇ ਇਹਨਾਂ ਇੱਛਾਵਾਂ ਨੂੰ ਘਟਾ ਸਕਦੇ ਆ। ਤੇ ਜਦੋਂ ਇਹਨਾਂ ਨੇ ਅਸ਼ਟ ਮਾਰਗ ਵਾਲਾ ਕਨਸੈਪਟ ਦੇਤਾ, ਫਿਰ ਇਹਨਾਂ ਨੂੰ ਅਸ਼ਟ ਮਾਰਗ ਵੀ ਤੇ ਦੇਣਾ ਪੈਣਾ ਸੀ। ਫਿਰ ਇਹਨਾਂ ਨੇ ਅਸ਼ਟ ਮਾਰਗ ਦਿੱਤਾ। ਅਸ਼ਟ ਮਾਰਗ ਦਾ ਮਤਲਬ ਕੀ ਆ? 8 ਪ੍ਰਤੀ ਰਸਤਾ। ਠੀਕ ਹੈ, ਆਹ ਕੁਐਸਚਨ ਆਇਆ ਸੀ। ਠੀਕ ਆ, ਹੁਣ ਮੈਨੂੰ ਯਾਦ ਨਹੀਂ ਕਿਹੜੇ ਈਅਰ ਦੇ ਵਿੱਚ ਆਇਆ ਸੀ। 8 ਪ੍ਰਤੀ ਰਸਤਾ। ਠੀਕ ਹੈ, ਅਸ਼ਟ ਮਾਰਗ ਦਾ ਮਤਲਬ ਕੀ ਆ? 8 ਪ੍ਰਤੀ ਰਸਤਾ। ਠੀਕ ਆ, ਇਹਦੇ ਵਿੱਚ ਨਾ ਕੁਐਸਚਨ ਪਤਾ ਕਿਵੇਂ ਆਇਆ ਸੀ? ਕੁਐਸਚਨ ਆਇਆ ਸੀਗਾ ਅਸ਼ਟ ਮਾਰਗ ਦਾ ਅਰਥ ਹੈ 8 ਪ੍ਰਤੀ ਰਸਤਾ, 9 ਪ੍ਰਤੀ ਰਸਤਾ, ਐਵੇਂ ਕਰਕੇ ਆਪਸ਼ਨ ਸੀਗੀਆਂ, ਜਿਹਦੇ ਵਿੱਚੋਂ ਸਾਡੀ ਰਾਈਟ ਆਪਸ਼ਨ ਆਉਣੀ ਸੀ 8 ਪ੍ਰਤੀ ਰਸਤਾ। ਸੋ ਇਹ ਮੋਸਟ ਇੰਪੋਰਟੈਂਟ ਟੌਪਿਕ ਆ ਜਿਹੜਾ ਮੈਂ ਤੁਹਾਨੂੰ ਕਰਵਾ ਰਹੀ ਹਾਂ। ਇਹਦੇ ਵਿੱਚ ਤੁਹਾਨੂੰ ਕੁਐਸਚਨ 1-2 ਆਉਣੇ ਹੀ ਆਉਣੇ ਆ, ਸੋ ਚੰਗੀ ਤਰ੍ਹਾਂ ਪੜ੍ਹ ਲਵੋ। ਠੀਕ ਆ, ਹੁਣ ਅਸ਼ਟ ਮਾਰਗ ਹੈ ਕੀ? ਇਹਦੇ ਵਿੱਚ ਵੀ ਤੁਹਾਨੂੰ ਸੀਕੁਐਂਸ ਯਾਦ ਰੱਖਣ ਦੀ ਲੋੜ ਨਹੀਂ। ਠੀਕ ਹੈ, 8 ਮਾਰਗ ਦਿੱਤੇ ਜਿਹੜੇ ਇਹਨਾਂ ਨੇ, ਇਹਦਾ ਤੁਹਾਨੂੰ ਸੀਕੁਐਂਸ ਯਾਦ ਰੱਖਣ ਦੀ ਲੋੜ ਨਹੀਂ। ਇਹਨਾਂ ਦੇ ਤੁਹਾਨੂੰ ਨਾਮ ਜ਼ਰੂਰ ਯਾਦ ਹੋਣੇ ਚਾਹੀਦੇ ਆ, ਕਿਉਂਕਿ ਸਾਨੂੰ ਉਹ ਕੋਈ ਹੋਰ ਨਾਮ ਵਿੱਚ ਪਾ ਕੇ ਸਾਨੂੰ ਇਹਨਾਂ ਦਾ ਪੁੱਛ ਸਕਦੇ ਆ ਵੀ ਵਿੱਚ ਕਿਹੜਾ ਅਸ਼ਟ ਮਾਰਗ ਇਹਨਾਂ ਵਿੱਚੋਂ ਨਹੀਂ ਆ, ਜਾਂ ਇੱਕ ਨੂੰ ਛੱਡ ਕੇ ਬਾਕੀ ਕਿਹੜੇ ਹੈਗੇ, ਕੁਛ ਇਸ ਤਰ੍ਹਾਂ ਜਿਵੇਂ ਵੀ ਉਹ ਪਾਉਂਦੇ ਆ, ਹਨਾ। ਤੇ ਇਹ ਆਪਾਂ ਨਾਮ ਯਾਦ ਰੱਖਣੇ ਆ: ਸੱਚੀ ਦ੍ਰਿਸ਼ਟੀ, ਸੱਚਾ ਇਰਾਦਾ, ਸੱਚੀ ਬੋਲੀ, ਚੰਗੇ ਕਰਮ, ਸੱਚੀ ਕਿਰਤ, ਚੰਗੀ ਯਾਦਾਸ਼ਤ, ਚੰਗੀ ਕਸਰਤ, ਸੱਚੀ ਭਗਤੀ। ਠੀਕ ਹੈ, ਹੁਣ ਆਪਾਂ ਗੱਲ ਕਰਾਂਗੇ ਵੀ ਇਹਦੇ ਵਿੱਚ ਮੇਨ ਕਹਿਣ ਦੀ ਕੋਸ਼ਿਸ਼ ਕੀ ਕੀਤੀ। ਦੇਖੋ ਨਾ, ਕਿ ਸੱਚੀ ਦ੍ਰਿਸ਼ਟੀ। ਸੱਚੀ ਦ੍ਰਿਸ਼ਟੀ ਕੀ ਹੁੰਦੀ ਆ? ਸਾਡੀ ਨਜ਼ਰ। ਮਤਲਬ ਇਹਨਾਂ ਦੇ ਕਹਿਣ ਦਾ ਮਤਲਬ ਇਹ ਕਿ ਚੰਗਾ ਦੇਖਣਾ, ਜੇ ਕੁਛ ਮਾੜਾ ਹੋ ਰਿਹਾ ਉਹ ਨਹੀਂ ਦੇਖਣਾ। ਠੀਕ ਹੈ, ਪਰ ਅਸੀਂ ਤਾਂ ਜਿੱਥੇ ਕੋਈ ਮਾੜਾ ਘਟਨਾ ਵਾਪਰ ਰਹੀ ਹੈ ਅਸੀਂ ਭੱਜ ਕੇ ਦੇਖਣ ਜਾਂਦੇ ਆ, ਪਰ ਬੁੱਧ ਧਰਮ ਵਾਲੇ ਕਹਿੰਦੇ ਹੀ ਨਹੀਂ। ਕਹਿੰਦੇ ਜੇ ਕੁਛ ਮਾੜਾ ਹੋ ਰਿਹਾ, ਸੱਚੀ ਦ੍ਰਿਸ਼ਟੀ, ਤੁਹਾਡੀ ਨਜ਼ਰ ਚੰਗੀ ਹੋਣੀ ਚਾਹੀਦੀ ਆ, ਚੰਗਾ ਦੇਖੋ, ਮਾੜਾ ਨਾ ਦੇਖੋ, ਇਹਦਾ ਇਹ ਮਤਲਬ ਆ। ਠੀਕ ਆ, ਸੱਚਾ ਇਰਾਦਾ। ਹੁਣ ਕਹਿਣ ਦਾ ਭਾਵ ਇਹ, ਸੱਚਾ ਇਰਾਦਾ ਵੀ ਸਾਡੇ ਅੰਦਰ ਸੱਚਾ ਇਰਾਦਾ ਹੋਣਾ ਚਾਹੀਦਾ ਕਿਸੇ ਵੀ ਕੰਮ ਨੂੰ ਕਰਨ ਦਾ। ਫੋਰ ਐਗਜ਼ਾਮਪਲ, ਸਾਡਾ ਮੇਨ ਮੋਟਿਵ ਕੀ ਆ? ਸਾਡਾ ਇਰਾਦਾ ਕੀ ਆ? ਅਸੀਂ ਪੀਐਸ ਟੈਟ ਕਲੀਅਰ ਕਰਨਾ। ਹੁਣ ਜਿਨ੍ਹਾਂ ਦਾ ਪੱਕਾ ਇਰਾਦਾ ਹੋਊਗਾ ਹਨਾ ਵੀ ਮੈਂ ਪੀਐਸ ਟੈਟ ਕਲੀਅਰ ਕਰਨਾ, ਤੇ ਉਹ ਸੱਚੀ ਸੁੱਚੀ ਨੀਤ ਦੇ ਨਾਲ ਪੜ੍ਹ ਰਹੇ ਹੋਣਗੇ। ਤੇ ਜਿੰਨੇ ਟਾਈਮ ਪਾਸ ਹੀ ਕਰਨਾ ਵਾ ਐਵੇਂ ਹਨਾ ਵੀ ਚਲੇ ਗਿਆ ਉੱਠ ਕੇ ਪੇਪਰ ਦੇਣ ਹਨਾ, ਤੇ ਉਹਦਾ ਮਤਲਬ ਇਹ ਵੀ ਉਹਦਾ ਕੋਈ ਪੱਕਾ ਇਰਾਦਾ ਨਹੀਂ ਹੋਊਗਾ ਗਵਰਨਮੈਂਟ ਜੌਬ ਲੈਣ ਦਾ। ਠੀਕ ਆ, ਇਹ ਮਤਲਬ ਵੀ ਕੋਈ ਵੀ ਕੰਮ ਅਸੀਂ ਕਰਨਾ ਵਾ ਉਹਦੇ ਲਈ ਸਾਡੇ ਅੰਦਰ ਸੱਚਾ ਇਰਾਦਾ ਹੋਣਾ ਚਾਹੀਦਾ। ਸੱਚੀ ਬੋਲੀ, ਸਾਡੀ ਜਿਹੜੀ ਬੋਲੀ ਆ, ਸਾਡੀ ਜਿਹੜੀ ਲੈਂਗੁਏਜ ਆ, ਬੋਲੀ, ਭਾਸ਼ਾ, ਸਾਡੇ ਵਿਚਾਰ ਸੱਚੇ ਹੋਣੇ ਚਾਹੀਦੇ। ਠੀਕ ਆ, ਚੰਗੇ ਕਰਮ। ਠੀਕ ਆ, ਚੰਗੇ ਕਰਮ ਕਰਨੇ ਚਾਹੀਦੇ ਆ, ਮਾੜੇ ਕਰਮ ਨਹੀਂ ਕਰਨੇ ਚਾਹੀਦੇ। ਜਿਵੇਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਸਾਨੂੰ ਚੰਗੇ ਕਰਮ ਕਾਂਡਾਂ ਬਾਰੇ ਦੱਸਿਆ ਸੀ। ਠੀਕ ਆ, ਸੱਚੀ ਕਿਰਤ, ਯਾਨੀ ਕਿ ਸੱਚੀ ਕਿਰਤ ਦਾ ਮਤਲਬ ਵੀ ਆਪਣੇ ਹੱਕ ਦਾ ਖਾਓ ਹਨਾ, ਆਪਣੇ ਹੱਕ ਦੀ ਕਮਾਓ, ਹੱਕ ਦੀ ਖਾਓ। ਕਿਸੇ ਦਾ ਹੱਕ ਮਾਰ ਕੇ ਖਾਣਾ ਉਹ ਚੰਗੀ ਗੱਲ ਨਹੀਂ। ਉਹੀ ਕੀ ਆ? ਸੱਚੀ ਕਿਰਤ ਆ। ਚੰਗੀ ਯਾਦਾਸ਼ਤ, ਯਾਨੀ ਕਿ ਸਾਡੀ ਮੈਮਰੀ ਚੰਗੀ ਹੋਣੀ ਚਾਹੀਦੀ ਆ। ਠੀਕ ਆ, ਸਾਡੀ ਵਧੀਆ ਮੈਮਰੀ ਹੋਣੀ ਚਾਹੀਦੀ ਹੈ ਕਿ ਅਸੀਂ ਚੀਜ਼ਾਂ ਨੂੰ ਯਾਦ ਰੱਖ ਸਕੀਏ। ਸਾਡੀ ਯਾਦਾਸ਼ਤ ਵਧੀਆ ਹੋਣੀ ਚਾਹੀਦੀ ਆ। ਚੰਗੀ ਕਸਰਤ, ਉਹੀ ਚੀਜ਼ ਹੋਗੀ ਵੀ ਜੇ ਅਸੀਂ ਕਸਰਤ ਕਰਾਂਗੇ ਤੇ ਸਾਡੀ ਯਾਦਾਸ਼ਤ ਵੀ ਵਧੀਆ ਹੋਊਗੀ, ਤੇ ਸਾਡੀ ਜਿਹੜੀ ਮਤਲਬ ਫਿਜ਼ੀਕਲ ਗਰੋਥ ਆ, ਸਾਡੀ ਡਿਵੈਲਪਮੈਂਟ ਆ, ਉਹ ਵਧੀਆ ਹੋਊਗੀ। ਠੀਕ ਆ, ਸੱਚੀ ਭਗਤੀ, ਤੇ ਸਾਨੂੰ ਸੱਚੀ ਭਗਤੀ ਕਰਨੀ ਚਾਹੀਦੀ ਆ, ਦਿਲੋਂ ਪਰਮਾਤਮਾ ਦੀ ਹੋਂਦ ਨੂੰ ਮੰਨਣਾ ਚਾਹੀਦਾ। ਠੀਕ ਆ, ਇਹ ਸੀਗੇ ਇਹਨਾਂ ਦੇ ਜਿਹੜੇ ਸੀਗੇ ਇਹਨਾਂ ਦੇ, ਬਸ ਮੈਂ ਤੁਹਾਨੂੰ ਜਿਹੜੀਆਂ ਇਹਨਾਂ ਦੀਆਂ ਥੋੜਾ ਬਹੁਤਾ ਇਹਨਾਂ ਨੂੰ ਐਕਸਪਲੇਨ ਕਰਤਾ, ਬਸ ਤੁਸੀਂ ਐਵੇਂ ਮੋਟਾ ਮੋਟਾ ਯਾਦ ਰੱਖਣਾ, ਕਿਉਂਕਿ ਵੈਸੇ ਤਾਂ ਇਹਨਾਂ ਦਾ ਮਤਲਬ ਪੁੱਛਦੇ ਨਹੀਂ ਆ, ਪਰ ਤੁਹਾਨੂੰ ਇਹਨਾਂ ਦੇ ਵਿੱਚੋਂ ਪੁੱਛਿਆ ਜਾ ਸਕਦਾ ਕਿਹੜਾ ਇੱਕ ਨਹੀਂ ਹੈਗਾ, ਐਵੇਂ ਕਰਕੇ। ਠੀਕ ਆ, ਤੇ ਇਹ ਸੀਗਾ ਅਸ਼ਟ ਮਾਰਗ। ਠੀਕ ਆ, ਤੇ ਅੱਗੇ ਆਪਾਂ ਗੱਲ ਕਰਾਂਗੇ, ਇਹ ਤੇ ਹੋ ਗਿਆ ਬੁੱਧ ਧਰਮ ਦਾ। ਠੀਕ ਆ, ਅਜੇ ਆਪਾਂ ਜੈਨ ਧਰਮ ਦੀਆਂ ਸਿਰਫ 4 ਸਚਾਈਆਂ ਕੀਤੀਆਂ, ਅੱਗੇ ਰਹਿੰਦਾ ਤ੍ਰਿਰਤਨ। ਬਹੁਤ ਇੰਪੋਰਟੈਂਟ ਜੈਨ ਧਰਮ ਦਾ ਵਾ ਤ੍ਰਿਰਤਨ। ਠੀਕ ਹੈ, ਤ੍ਰਿਰਤਨ ਦੇ ਵਿੱਚ ਇਹਨੇ 3 ਰਤਨ ਦਿੱਤੇ ਸੀ। ਤ੍ਰਿਰਤਨ ਦਾ ਮਤਲਬ 3 ਰਤਨ, ਇਹ ਵੀ ਯਾਦ ਰੱਖਿਓ। ਤ੍ਰਿਰਤਨ ਦਾ ਮਤਲਬ ਕੀ ਆ? 3 ਰਤਨ। ਠੀਕ ਆ, ਸੱਚਾ ਵਿਸ਼ਵਾਸ, ਸੱਚਾ ਗਿਆਨ, ਸੱਚਾ ਕਰਮ। ਠੀਕ ਆ, ਸੱਚਾ ਸ਼ਬਦ ਤਾਂ ਰਿਪੀਟ ਹੋ ਰਿਹਾ, ਵਿਸ਼ਵਾਸ, ਗਿਆਨ ਤੇ ਕਰਮ ਯਾਦ ਰੱਖ ਲਿਓ। ਗਿਆਨ, ਵਿਸ਼ਵਾਸ ਤੇ ਕਰਮ ਯਾਦ ਰੱਖ ਲਿਓ। ਇਹ ਕੀ ਨੇ? ਜੈਨ ਧਰਮ ਦੇ ਤ੍ਰਿਰਤਨ ਨੇ। ਉਸ ਤੋਂ ਬਾਅਦ ਵੈਰੀ ਇੰਪੋਰਟੈਂਟ ਆ 5 ਮਹਾਵਰਤ। ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ। ਠੀਕ ਆ, 5 ਮਹਾਵਰਤ, ਇਹਦੇ ਵਿੱਚੋਂ 3 ਮਹਾਵਰਤ ਜਿਹੜੇ ਆ ਉਹ ਪਾਰਸ਼ਵ ਨਾਥ ਨੇ ਦਿੱਤੇ ਆ, ਤੇ ਜਿਹੜੇ 2 ਆ ਉਹ ਭਗਵਾਨ ਮਹਾਵੀਰ ਨੇ ਦਿੱਤੇ ਆ। ਹੁਣ ਆਪਾਂ ਗੱਲ ਕਰਦੇ ਆ
ਅਹਿੰਸਾ, ਸत्य असत्य, ਯਾਨੀ ਕਿ ਅਹਿੰਸਾ ਸੱਚ ਤੇ ਝੂਠ। ਠੀਕ ਹੈ, ਇਹਦੇ ਬਾਰੇ ਇਹ ਜਿਹੜੇ 3-5 ਮਹਾਵਰਤ ਦਿੱਤੇ ਆ, ਇਹ ਪਾਰਸ਼ਵਨਾਥ ਨੇ ਦਿੱਤੇ। ਉਸ ਤੋਂ ਬਾਅਦ ਹੈਗਾ ਵਾ ਅਪਾਰਿਗ੍ਰਹਿ। ਅਪਾਰਿਗ੍ਰਹਿ ਕਿਹਨੂੰ ਕਹਿੰਦੇ ਆ? ਸੰਪत्ति ਨਾ ਰੱਖਣਾ। ਜਿਹੜਾ ਬੰਦਾ ਸੰਪत्ति ਨਹੀਂ ਰੱਖਦਾ, ਪ੍ਰੋਪਰਟੀ ਨਹੀਂ ਰੱਖਦਾ, ਉਹ ਬੰਦਾ ਕੀ ਹੋਊਗਾ? ਅਪਾਰਿਗ੍ਰਹਿ। ਇਹ ਕਿਹਨੇ ਕਿਹਾ? ਭਗਵਾਨ ਮਹਾਵੀਰ ਨੇ ਕਿਹਾ। ਬ੍ਰਹਮਚਾਰੀਏ, ਹੁਣ ਬ੍ਰਹਮਚਾਰੀਏ ਕੌਣ ਹੋਊਗਾ? ਹਨਾ, ਬ੍ਰਹਮਚਾਰੀਏ ਮਤਲਬ ਪਵਿੱਤਰ ਜੀਵਨ ਬਤੀਤ ਕਰਨ ਵਾਲਾ ਬੰਦਾ। ਠੀਕ ਆ, ਇਹ ਦੋ ਜਿਹੜੇ ਮਹਾਵਰਤ ਆ, ਇਹ ਭਗਵਾਨ ਮਹਾਵੀਰ ਨੇ ਦਿੱਤੇ, ਤੇ ਜਿਹੜੇ 3 ਆ ਉੱਪਰ ਵਾਲੇ, ਇਹ ਦਿੱਤੇ ਆਪਣੇ ਪਾਰਸ਼ਵਨਾਥ ਨੇ। ਠੀਕ ਆ, ਸੋ ਇਹ ਜਿੰਨਾ ਵੀ ਮੈਂ ਤੁਹਾਨੂੰ ਕਰਵਾਇਆ ਜੈਨ ਧਰਮ ਦਾ, ਬੁੱਧ ਧਰਮ ਦਾ, ਇਹ ਸਾਰਾ ਹੀ ਵੈਸੇ ਇੰਪੋਰਟੈਂਟ ਆ, ਸਾਰਾ ਇੰਪੋਰਟੈਂਟ ਆ ਐਂਡ ਸਫੀਸ਼ੀਐਂਟ ਵੀ ਆ। ਮੈਨੂੰ ਕਈ ਬੱਚੇ ਪਰਸਨਲੀ ਪੁੱਛਦੇ ਆ ਵੀ ਤੁਸੀਂ ਏਸ਼ੀਅਨ ਹਿਸਟਰੀ ਦਾ ਜੋ ਕਰਵਾ ਰਹੇ ਹੋ ਸਫੀਸ਼ੀਐਂਟ ਆ? ਬਿਲਕੁਲ ਸਫੀਸ਼ੀਐਂਟ ਆ, ਤੇ ਆ ਬਹੁਤ ਹੀ ਇੰਪੋਰਟੈਂਟ ਆ। ਠੀਕ ਆ, ਇਹ ਤੁਸੀਂ ਯਾਦ ਰੱਖਿਓ। ਅੱਗੇ ਹੋਰ ਵੀ ਆ ਥੋੜਾ ਜਿਹਾ ਸਾਹਿਤ ਇਹਨਾਂ ਦਾ, ਉਹ ਵੀ ਆਪਾਂ ਜ਼ਰੂਰ ਕਰਦੇ ਆ। ਉਸ ਤੋਂ ਬਾਅਦ ਆ ਜਾਂਦੇ ਆ ਜੈਨ ਧਰਮ ਦੇ ਕੁਝ ਸਿਧਾਂਤ, ਜੋ ਕਿ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ। ਜੈਨ ਧਰਮ ਨੇ ਕੁਝ ਸਿਧਾਂਤ ਦਿੱਤੇ ਹੀ, ਕੁਝ ਕੁ ਸਿਧਾਂਤ ਇਹਨਾਂ ਦੇ ਪੋਜ਼ਿਟਿਵ ਮੰਨੇ ਗਏ ਤੇ ਕੁਝ ਕੁ ਸਿਧਾਂਤ ਇਹਨਾਂ ਦੇ ਨੈਗੇਟਿਵ ਮੰਨੇ ਗਏ। ਸੋ ਆਪਾਂ ਦੋਵੇਂ ਕਰਾਂਗੇ, ਪੋਜ਼ਿਟਿਵ ਵੀ ਤੇ ਨੈਗੇਟਿਵ ਵੀ। ਸੋ ਸਭ ਤੋਂ ਪਹਿਲਾਂ ਆਪਾਂ ਪੋਜ਼ਿਟਿਵ ਕਰਾਂਗੇ, ਯਾਨੀ ਕਿ ਹਾਂ ਪੱਖੀ ਕਿਹੜੇ ਸੀ? ਇਹ ਕਹਿੰਦੇ ਵੀ ਜਿਹੜਾ ਵੀ ਜੈਨ ਧਰਮ ਦੇ ਵਿੱਚ ਆਊਗਾ, ਯਾਨੀ ਕਿ ਜਿਹੜਾ ਵੀ ਬੰਦਾ ਜੈਨ ਧਰਮ ਨੂੰ ਅਪਣਾਊਗਾ, ਉਹਨੂੰ ਤ੍ਰਿਰਤਨ ਨੂੰ ਮੰਨਣਾ ਪਊਗਾ। ਜਿਹੜਾ ਵੀ ਬੰਦਾ ਜੈਨ ਧਰਮ ਦੇ ਵਿੱਚ ਆਉਣਾ ਚਾਹੁੰਦਾ ਵਾ, ਉਹਦੇ ਲਈ ਤ੍ਰਿਰਤਨ ਮੰਨਣੇ ਜ਼ਰੂਰੀ ਹੋਣਗੇ। ਠੀਕ ਆ, ਪੋਜ਼ਿਟਿਵ ਸੀ। ਠੀਕ ਆ, ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਪੋਜ਼ਿਟਿਵ ਇੱਕ ਦੂਜਾ ਪੁਆਇੰਟ ਸੀਗਾ, ਕਠੋਰ ਤਪੱਸਿਆ ਕਰਨੀ। ਯਾਨੀ ਕਿ ਜੈਨ ਧਰਮ ਦੇ ਵਿੱਚ ਜਿਹੜੇ ਜੈਨ ਧਰਮ ਨੂੰ ਮੰਨਣ ਵਾਲੇ ਸੀਗੇ, ਜਿਹੜੇ ਭਿਕਸ਼ੂ ਸੀ, ਉਹ ਬਹੁਤ ਹੀ ਕਠੋਰ ਤਪੱਸਿਆ ਕਰਦੇ ਸੀ। ਠੀਕ ਆ, ਤੀਜਾ ਕਰਮ ਸਿਧਾਂਤ। ਠੀਕ ਆ, ਤੀਜਾ ਇਹਨਾਂ ਦਾ ਕੀ ਸੀਗਾ? ਕਰਮ ਸਿਧਾਂਤ, ਯਾਨੀ ਕਿ ਕਰਮ ਪਹਿਲਾਂ ਵਾ, ਕਰਮ ਕਰੋ। ਠੀਕ ਆ, ਆਵਾਗਮਨ। ਆਵਾਗਮਨ ਤੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ। ਠੀਕ ਆ, ਪੋਜ਼ਿਟਿਵ ਸਿਧਾਂਤ ਦੇ ਵਿੱਚ ਪੁੱਛਿਆ ਜਾ ਸਕਦਾ ਵੀ ਆਵਾਗਮਨ। ਆਵਾਗਮਨ ਦਾ ਮਤਲਬ ਇਹ ਆ ਵੀ 84 ਲੱਖ ਜੂਨਾਂ ਵਾ, ਜਿੱਦਾਂ ਸਾਨੂੰ ਪਤਾ, ਇਹਨਾਂ ਤੋਂ ਮੁਕਤੀ। ਯਾਨੀ ਕਿ ਜਿਹੜਾ ਬੰਦਾ ਜਨਮ ਮਰਨ ਦੇ ਚੱਕਰ ਤੋਂ ਛੁੱਟ ਜਾਂਦਾ ਵਾ, ਜਿਵੇਂ ਹੁਣ ਅਸੀਂ ਸੁਣਦੇ ਆ ਰਹੇ ਹਾਂ ਨਾ ਵੀ 84 ਲੱਖ ਜੂਨ ਆ, ਵੀ ਬੰਦਾ ਜਿਹੜਾ ਵਾ ਅਲੱਗ-ਅਲੱਗ ਜੂਨਾਂ ਭੋਗਦਾ ਵਾ, ਹਨਾ। ਤੇ ਕਹਿ ਲਓ ਵੀ ਜੇ ਉਹ ਮਾੜੇ ਕਰਮ ਕਰਦਾ ਵਾ ਤੇ ਉਹ ਜੂਨਾਂ ਦੇ ਵਿੱਚ ਪਿਆ ਰਹਿੰਦਾ ਵਾ, ਤੇ ਜੇ ਉਹ ਮਾੜੇ ਕਰਮ ਨਹੀਂ ਕਰਦਾ, ਚੰਗੇ ਕਰਮ ਕਰਦਾ ਵਾ, ਤੇ ਉਹ ਕਹਿ ਲਓ ਵੀ ਉਹਨੂੰ ਮੁਕਤੀ ਪ੍ਰਾਪਤ ਹੋ ਜਾਂਦੀ। ਸੋ ਇਹੀ ਚੀਜ਼ ਦਾ ਮਤਲਬ ਕੀ ਸੀ? ਆਵਾਗਮਨ, ਮਤਲਬ ਕਿ ਜਨਮ ਮਰਨ ਦੇ ਚੱਕਰ ਤੋਂ ਮੁਕਤੀ ਹੋ ਜਾਣੀ, ਉਹਦਾ ਮਤਲਬ ਕੀ ਸੀ? ਆਵਾਗਮਨ। ਸੋ ਬਿਲਕੁਲ ਪੋਜ਼ਿਟਿਵ ਸੀਗਾ ਇਹ ਪੁਆਇੰਟ। ਤੇ ਅੱਗੇ ਗੱਲ ਕਰਾਂਗੇ ਨੈਗੇਟਿਵ। ਨੈਗੇਟਿਵ ਪੁਆਇੰਟ ਇਹਨਾਂ ਦੇ ਹੈਗੇ ਸੀਗੇ, ਕਹਿੰਦੇ ਵੀ ਵੇਦਾਂ ਦਾ ਗਿਆਨ ਨਹੀਂ ਹੋਣਾ ਚਾਹੀਦਾ। ਕੀ ਕਹਿੰਦੇ ਵੀ ਵੇਦਾਂ ਦਾ ਗਿਆਨ ਜ਼ਰੂਰੀ ਨਹੀਂ ਆ। ਕਹਿੰਦੇ ਜ਼ਰੂਰੀ ਨਹੀਂ ਆ ਵੀ ਬੰਦੇ ਨੂੰ ਵੇਦਾਂ ਦਾ ਗਿਆਨ ਹੋਵੇ। ਠੀਕ ਆ, ਇਹ ਵੀ ਨੈਗੇਟਿਵ ਮੰਨਿਆ ਗਿਆ। ਠੀਕ ਆ, ਇਹ ਇਹਨਾਂ ਦੀ ਭਾਸ਼ਾ ਕਿਹੜੀ ਸੀ? ਮੈਂ ਪਹਿਲੀ ਕਲਾਸ ਵਿੱਚ ਦੱਸਿਆ ਸੀ, ਇਹਨਾਂ ਦੀ ਪਾਲੀ ਭਾਸ਼ਾ ਸੀ ਤੇ ਇਹਨਾਂ ਦੀ ਸੰਸਕ੍ਰਿਤ ਭਾਸ਼ਾ ਸੀ। ਠੀਕ ਆ, ਇਹ ਤੁਸੀਂ ਯਾਦ ਰੱਖਿਓ, ਜੈਨ ਧਰਮ ਦੀ ਭਾਸ਼ਾ ਪਾਲੀ ਸੀ ਤੇ ਇਹਨਾਂ ਦੀ ਸੰਸਕ੍ਰਿਤ ਸੀ। ਜੇ ਮੈਂ ਭੁਲੇਖਾ ਨਾ ਖਾਵਾਂ, ਸ਼ਾਇਦ ਸ਼ੋਰ, ਪਹਿਲੀ ਗੱਲ ਆਈ ਐਮ ਸ਼ੋਰ ਵੀ ਇਹਨਾਂ ਦੀ ਪਾਲੀ ਸੀ ਤੇ ਇਹਨਾਂ ਦੀ ਸੰਸਕ੍ਰਿਤ ਸੀ, ਕਿਉਂਕਿ ਮੈਂ ਕਰਵਾਇਆ ਪਹਿਲਾਂ ਦੀ ਕਲਾਸ ਦੇ ਵਿੱਚ। ਠੀਕ ਹੈ, ਇਸੇ ਹੀ ਕਰਕੇ ਜੈਨ ਧਰਮ ਸੰਸਕ੍ਰਿਤ ਭਾਸ਼ਾ ਨੂੰ ਨਹੀਂ ਮੰਨਦੇ। ਇਹ ਸੰਸਕ੍ਰਿਤ ਭਾਸ਼ਾ ਨੂੰ ਨਹੀਂ ਮੰਨਦੇ, ਇਸੇ ਕਰਕੇ ਇਹ ਵੀ ਜਿਹੜਾ ਵਾ ਨੈਗੇਟਿਵ ਪੁਆਇੰਟ ਸੀ, ਕਿਉਂਕਿ ਸੰਸਕ੍ਰਿਤ ਭਾਸ਼ਾ ਤਾਂ ਬਹੁਤ ਇੰਪੋਰਟੈਂਟ ਰੱਖਦੀ। ਅੱਜ ਵੀ ਅਸੀਂ ਹਿਸਟਰੀ ਪੜ੍ਹਦੇ ਹਾਂ ਤੇ ਸੰਸਕ੍ਰਿਤ ਭਾਸ਼ਾ ਅੱਜ ਵੀ ਬੋਲੀ ਜਾਂਦੀ ਹੈ, ਹਨਾ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ, ਤੇ ਇਹਨਾਂ ਨੇ ਇਹਨੂੰ ਹੀ ਨਕਾਰ ਦਿੱਤਾ। ਠੀਕ ਆ, ਉਸ ਤੋਂ ਬਾਅਦ ਇਹ ਕਹਿੰਦੇ ਵੀ ਵੈਦਿਕ ਰੀਤੀ ਰਿਵਾਜ ਨਹੀਂ ਹੋਣੇ ਚਾਹੀਦੇ, ਵੈਦਿਕ ਰੀਤੀ ਰਿਵਾਜਾਂ ਨੂੰ ਨਹੀਂ ਸੀ ਮੰਨਦੇ। ਠੀਕ ਆ, ਕਹਿੰਦੇ ਜ਼ਰੂਰੀ ਨਹੀਂ ਆ ਵੀ ਵੈਦਿਕ ਰੀਤੀ ਰਿਵਾਜ ਅਸੀਂ ਫੋਲੋ ਕਰੀਏ। ਠੀਕ ਆ, ਇਹ ਵੀ ਕਿਤੇ ਨਾ ਕਿਤੇ ਇਹਨਾਂ ਦਾ ਨੈਗੇਟਿਵ ਪੁਆਇੰਟ ਸੀ। ਯੱਗ ਨਹੀਂ ਕਰਨੇ, ਇਹ ਕਹਿੰਦੇ ਯੱਗ ਨਹੀਂ ਕਰਨੇ, ਪਰ ਜਿਹੜੇ ਬੁੱਧ ਧਰਮ ਵਾਲੇ ਉਹ ਯੱਗ ਕਰਦੇ ਸੀ। ਕਿਉਂਕਿ ਜਦੋਂ ਅਸੀਂ ਅੱਗੇ ਜਾ ਕੇ ਗੱਲ ਕਰਾਂਗੇ ਚੰਦਰਗੁਪਤ ਮੌਰਿਆ ਦੀ, ਜਿਹੜੇ ਆਪਣੇ ਕੁਮਾਰ ਗੁਪਤ, ਸਮੁੰਦਰ ਗੁਪਤ ਜਿਹੜੇ ਰਾਜੇ, ਕਿਉਂਕਿ ਇਸ ਤੋਂ ਬਾਅਦ ਆਪਾਂ ਕੀ ਪੜ੍ਹਨਾ ਵਾ, ਆਪਾਂ ਕੁਸ਼ਾਣ ਵੰਸ਼ ਪੜ੍ਹਨਾ ਵਾ, ਆਪਾਂ ਮੌਰਿਆ ਕਾਲ ਪੜ੍ਹਨਾ ਵਾ। ਠੀਕ ਆ, ਆਪਣੇ 3 ਕੁ ਟੌਪਿਕ ਰਹਿੰਦੇ ਏਸ਼ੀਅਨ ਹਿਸਟਰੀ ਦੇ। ਠੀਕ ਆ, ਜਦੋਂ ਉਹਨਾਂ ਦੇ ਬਾਰੇ ਆਪਾਂ ਚੰਦਰਗੁਪਤ ਮੌਰਿਆ ਹੋਇਆ, ਸਮੁੰਦਰ ਗੁਪਤ ਹੋਇਆ, ਕਿਉਂਕਿ ਅੱਗੇ ਜਿਹੜੇ ਰਾਜੇ ਆਉਣਗੇ ਉਹ ਕੁਝ ਜੈਨ ਧਰਮ ਨੂੰ ਅਪਣਾਉਣਗੇ, ਕੁਝ ਬੁੱਧ ਧਰਮ ਨੂੰ ਅਪਣਾਉਣਗੇ। ਠੀਕ ਆ,
ਤੇ ਪਰ ਕੁਝ ਰਾਜੇ ਏਦਾਂ ਦੇ ਹੋਏ ਜਿਨ੍ਹਾਂ ਨੇ ਜੱਗ ਕੀਤੇ, ਤੇ ਜੇ ਉਹਨਾਂ ਨੇ ਜੱਗ ਕੀਤੇ ਤੇ ਉੱਥੋਂ ਤੁਸੀਂ ਹਿਸਾਬ ਲਾ ਲਿਓ ਵੀ ਉਹ ਕਿਹਨੂੰ ਮੰਨਦੇ ਸੀ, ਉਹ ਬੁੱਧ ਧਰਮ ਨੂੰ ਮੰਨਦੇ ਹੋਣਗੇ, ਕਿਉਂਕਿ ਜੈਨ ਧਰਮ ਵਾਲੇ ਤੇ ਜੱਗ ਨੂੰ ਮੰਨਦੇ ਨਹੀਂ ਸੀ, ਉਹ ਤਾਂ ਕਹਿੰਦੇ ਨਹੀਂ ਸੀ ਵੀ ਜੱਗ ਕਰੋ। ਠੀਕ ਹੈ, ਇਹ ਤੋਂ ਤੁਸੀਂ ਇਹ ਚੀਜ਼ ਵੀ ਯਾਦ ਰੱਖ ਲਿਓ। ਠੀਕ ਹੈ, ਕਿਉਂਕਿ ਮੈਂ ਤੁਹਾਨੂੰ ਮਤਲਬ ਇਹ ਪਤਾ ਵੀ ਮੈਂ ਜਿਹੜੀ ਚੀਜ਼ ਮੈਨੂੰ ਮਤਲਬ ਪਤਾ ਹੋਵੇ ਵੀ ਇਸ ਤਰੀਕੇ ਦੇ ਨਾਲ ਆਹ ਚੀਜ਼ ਯਾਦ ਰੱਖਣੀ, ਤੇ ਉਹ ਮੈਂ ਤੁਹਾਨੂੰ ਜ਼ਰੂਰ ਦੱਸ ਦਿੰਦੀ। ਠੀਕ ਆ, ਸੋ ਇਸ ਤਰੀਕੇ ਦੇ ਨਾਲ ਜੇ ਪੁੱਛਿਆ ਜਾਵੇ ਵੀ ਕਿਹੜੇ ਰਾਜੇ ਨੇ, ਕਿਸੇ ਰਾਜੇ ਦੇ ਜੱਗ ਕਰਨ ਬਾਰੇ ਪੁੱਛਿਆ ਜਾਵੇ, ਤੇ ਜੇ ਕਿਸੇ ਰਾਜੇ ਨੇ ਜੱਗ ਕੀਤਾ ਤਾਂ ਉਹ ਬੁੱਧ ਧਰਮ ਨਾਲ ਸੰਬੰਧਿਤ ਹੋਊਗਾ, ਜੈਨ ਧਰਮ ਦੇ ਨਾਲ ਨਹੀਂ, ਕਿਉਂਕਿ ਜੈਨ ਧਰਮ ਵਾਲੇ ਤੇ ਜੱਗ ਨੂੰ ਮੰਨਦੇ ਨਹੀਂ ਸੀ। ਠੀਕ ਆ, ਕਲੀਅਰ। ਉਸ ਤੋਂ ਬਾਅਦ ਇਹਨਾਂ ਦਾ 5ਵਾਂ ਨੈਗੇਟਿਵ ਪੁਆਇੰਟ ਹੈਗਾ ਵਾ ਕਿੱਡਾ, ਦੇਖੋ ਕਹਿੰਦੇ ਰੱਬ ਦੀ ਹੋਂਦ ਨੂੰ ਨਹੀਂ ਮੰਨਦੇ। ਇਹ ਕਹਿੰਦੇ ਰੱਬ ਨਹੀਂ ਹੈਗਾ, ਰੱਬ ਦੀ ਹੋਂਦ ਨੂੰ ਮੰਨਦੇ ਨਹੀਂ ਸੀ। ਇਹ ਤਾਂ ਸਭ ਤੋਂ ਵੱਡਾ ਨੈਗੇਟਿਵ ਪੁਆਇੰਟ ਮੰਨਦੀ ਮੈਂ ਇਹਨਾਂ ਦਾ। ਠੀਕ ਆ, ਨਾਲ ਆ ਗੱਲ ਕਰ ਲੈਂਦੇ ਆਪਾਂ ਇਹਨਾਂ ਦੇ ਬੁੱਧ ਧਰਮ ਦਾ। ਆਪਾਂ ਅਸ਼ਟਮਾਰਗ ਕਰ ਲਿਆ, ਜੋ ਕਿ ਮੈਂ ਤੁਹਾਨੂੰ ਚੰਗੀ ਤਰ੍ਹਾਂ ਦੱਸ ਚੁੱਕੀ। ਇੱਕ ਇਹਨਾਂ ਦਾ ਮੱਧ ਮਾਰਗ ਸੀ। ਮੱਧ ਮਾਰਗ ਦੇ ਵਿੱਚ ਇਹ ਕੀ ਕਹਿੰਦੇ ਵੀ ਮਨੁੱਖ ਨੂੰ ਨਾ ਤਾਂ ਜ਼ਿਆਦਾ ਸੁੱਖ ਭੋਗਣੇ ਚਾਹੀਦੇ ਤੇ ਨਾ ਹੀ ਜ਼ਿਆਦਾ ਦੁੱਖ ਭੋਗਣੇ ਚਾਹੀਦੇ। ਠੀਕ ਹੈ, ਐਡੀ ਵੀ ਗੱਲ ਨਹੀਂ ਵੀ ਬੰਦਾ ਕਹਿੰਦੇ ਨਾ ਤਾਂ ਇਦਾਂ ਹੀ ਹੋਣਾ ਚਾਹੀਦਾ ਬੰਦਾ ਵੀ ਦੁੱਖ ਹੀ ਭੋਗੀ ਜਾਵੇ, ਤੇ ਜਾਂ ਫਿਰ ਬੰਦਾ ਇਦਾਂ ਦਾ ਵੀ ਨਹੀਂ ਹੋਣਾ ਚਾਹੀਦਾ ਵੀ ਉਹ ਸੁੱਖ ਹੀ ਭੋਗੀ ਜਾਵੇ, ਉਹਨੇ ਦੁੱਖ ਕਦੀ ਵੇਖਿਆ ਨਹੀਂ ਆ। ਠੀਕ ਆ, ਸੁੱਖ ਹੀ ਭੋਗੀ ਜਾਂਦਾ। ਕਹਿੰਦੇ ਬੰਦੇ ਨੂੰ ਮੀਡੀਅਮ ਜੀ ਜ਼ਿੰਦਗੀ ਜਿਹੜੀ ਆ ਜਿਉਣੀ ਚਾਹੀਦੀ, ਨਾ ਜ਼ਿਆਦਾ ਦੁੱਖ ਤੇ ਨਾ ਜ਼ਿਆਦਾ ਸੁੱਖ, ਮਤਲਬ ਕਿ ਮਿਡਲ ਲੈਵਲ ਦੀ ਜ਼ਿੰਦਗੀ ਜਿਹੜੀ ਆ ਉਹ ਬਤੀਤ ਕਰੇ। ਠੀਕ ਆ, ਇਹ ਸੀਗਾ ਇਹਨਾਂ ਦਾ ਮੱਧ ਮਾਰਗ। ਵੈਸੇ ਕੋਈ ਇੰਪੋਰਟੈਂਟ ਨਹੀਂ ਹੈਗਾ, ਵੈਸੇ ਇਹਨੂੰ ਯਾਦ ਰੱਖਣਾ ਵੀ ਕੋਈ ਏਡਾ ਔਖੀ ਗੱਲ ਨਹੀਂ ਹੈ। ਠੀਕ ਆ, ਯਾਦ ਰੱਖ ਲਿਓ। ਜਿਸ ਤਰ੍ਹਾਂ ਆਪਾਂ ਜੈਨ ਧਰਮ ਦੇ ਤ੍ਰਿਰਤਨ ਕੀਤੇ, ਕਿਹੜੇ ਸੀਗੇ? ਸੱਚਾ ਗਿਆਨ, ਸੱਚਾ ਕਰਮ ਤੇ ਸੱਚਾ ਵਿਸ਼ਵਾਸ। ਇਹ ਕਿਹਦੇ ਤ੍ਰਿਰਤਨ ਸੀ? ਜੈਨ ਧਰਮ ਦੇ। ਪਰ ਬੁੱਧ ਧਰਮ ਦੇ ਵੀ ਤ੍ਰਿਰਤਨ ਹੈਗੇ, ਕਿਹੜੇ ਆ? ਬੁੱਧ, ਧੰਮ, ਸੰਘ। ਬੁੱਧ ਮਤਲਬ ਗਿਆਨ, ਧੰਮ ਮਤਲਬ ਧਰਮ, ਸੰਘ ਮਤਲਬ ਧਰਮ ਦਾ ਸੰਘ ਜਾਂ ਗਰੁੱਪ। ਠੀਕ ਆ, ਇਹ ਹੋ ਗਿਆ ਆਪਣਾ ਸਾਹਿਤ। ਤੇ ਬੁੱਧ ਧਰਮ ਦੇ ਇਹਨਾਂ 3 ਪੁਆਇੰਟ ਜਿਹੜੇ ਉਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ। ਇਹਨੇ ਇੱਕ ਸੁੱਤ ਪਿਟਕ, ਵਿਨੇ ਪਿਟਕ, ਅਭਿਧਮ ਪਿਟਕ, ਉਹ ਇਹਨਾਂ ਦੀ ਲਿਟਰੇਚਰ ਆ ਕਿਹਦੀ? ਬੁੱਧ ਧਰਮ ਦੀ। ਉਹ ਬਹੁਤ ਜ਼ਿਆਦਾ 3 ਪੁਆਇੰਟ ਇੰਪੋਰਟੈਂਟ ਆ। ਹੁਣ ਮੈਂ ਤੁਹਾਨੂੰ ਦੱਸਦੀ ਆ ਵੀ ਆਪਾਂ ਹੁਣ ਤੱਕ ਕੀ ਕਰ ਆਏ ਤੇ ਕੀ ਰਹਿ ਗਿਆ। ਸਭ ਤੋਂ ਪਹਿਲਾਂ ਆਪਾਂ ਭਗਵਾਨ ਮਹਾਵੀਰ ਤੇ ਮਹਾਤਮਾ ਬੁੱਧ ਦਾ ਬਾਇਓਡਾਟਾ ਕੀਤਾ ਸਾਰਾ ਕੋਰਿਲੇਟ ਕਰਕੇ। ਠੀਕ ਆ, ਪਹਿਲੀ ਕਲਾਸ ਦੇ ਵਿੱਚ ਉਹ ਆਪਣਾ ਕੰਪਲੀਟ ਹੋ ਗਿਆ। ਫਿਰ ਆਪਾਂ ਉਹਨਾਂ ਦੇ ਧਾਰਮਿਕ ਪੱਖ, ਉਹਨਾਂ ਦੀਆਂ ਜੋ ਵੀ ਧਾਰਮਿਕ ਤੌਰ ਤੇ ਉਹਨਾਂ ਦੀ ਲਿਟਰੇਚਰ ਹੈਗੀ ਉਹ ਆਪਾਂ ਕਰ ਲਈ। ਹੁਣ ਬਚਿਆ ਕੀ? ਆਪਣਾ ਕੀ ਰਹਿ ਗਿਆ? ਠੀਕ ਹੈ, ਮੈਂ ਤੁਹਾਨੂੰ ਦੱਸਦੀ ਹਾਂ। ਇੱਕ ਤੇ ਆਪਣਾ ਇਹਨਾਂ ਦਾ ਰਹਿ ਗਿਆ ਵੀ ਇਹਨਾਂ ਦੀਆਂ ਬੋਧੀ ਸਭਾਵਾਂ। ਜੈਨ ਧਰਮ ਦੀਆਂ ਬੋਧੀ ਸਭਾਵਾਂ ਪੁੱਛੀਆਂ ਜਾਂਦੀਆਂ ਨਾ, ਪਹਿਲੀ ਬੋਧੀ ਸਭਾ ਕਦੋਂ ਹੋਈ? ਪਹਿਲੀ ਜੈਨੀਆਂ ਦੀ ਸਭਾ। ਜ਼ਿਆਦਾਤਰ ਬੁੱਧ ਧਰਮ ਦੀਆਂ ਸਭਾਵਾਂ ਪੁੱਛੀਆਂ ਜਾਂਦੀਆਂ ਹਨਾ, ਤੇ ਇਹ ਬੋਧੀ ਸਭਾਵਾਂ ਬਹੁਤ ਇੰਪੋਰਟੈਂਟ ਆ। ਇੱਕ ਤੇ ਆਪਣੀਆਂ ਉਹ ਰਹਿ ਗਈਆਂ। ਠੀਕ ਆ, ਦੂਜੇ ਨੰਬਰ ਤੇ ਆਪਣੀਆਂ ਰਹਿ ਗਈਆਂ ਇਹਨਾਂ ਦੀਆਂ ਸ਼ਿਖਾਵਾਂ, ਕਿਉਂਕਿ ਜੈਨ ਧਰਮ ਵੀ 2 ਸ਼ਿਖਾਵਾਂ ਦੇ ਵਿੱਚ ਵੰਡਿਆ ਗਿਆ ਸੀ ਤੇ ਬੁੱਧ ਧਰਮ ਵੀ 2 ਸ਼ਿਖਾਵਾਂ ਦੇ ਵਿੱਚ ਵੰਡਿਆ ਗਿਆ ਸੀ। ਇਹ ਦੂਜਾ ਪੁਆਇੰਟ ਵੀ ਬਹੁਤ ਇੰਪੋਰਟੈਂਟ ਆ। ਤੇ ਹੋਰ ਪੁਆਇੰਟ ਇਹਨਾਂ ਦਾ ਕੀ ਰਹਿ ਗਿਆ? ਅੱਛਾ, ਬੋਧੀ ਸਭਾਵਾਂ ਹੋ ਗਈਆਂ ਹਨਾ, ਤੇ ਆਪਣਾ ਹੋਰ ਰਹਿ ਗਿਆ, ਹਾਂ ਬੋਧੀ ਸਭਾਵਾਂ ਹੋ ਗਈਆਂ, ਇੱਕ ਇਹਨਾਂ ਦੀਆਂ ਸ਼ਾਖਾਵਾਂ ਹੋ ਗਈਆਂ ਵੀ ਇਹ ਕਿਹੜੀ ਸ਼ਾਖਾ ਦੇ ਵਿੱਚ ਵੰਡਿਆ ਗਿਆ। ਤੇ ਤੀਜਾ ਪੁਆਇੰਟ ਆਪਣਾ ਆ ਜਾਂਦਾ ਮੋਸਟ ਇੰਪੋਰਟੈਂਟ ਵੀ ਕਿਹੜੇ ਰਾਜੇ ਜਿਹੜੇ ਜਿਨ੍ਹਾਂ ਨੇ ਜੈਨ ਧਰਮ ਨੂੰ ਅਪਣਾਇਆ ਤੇ ਕਿਹੜੇ ਰਾਜੇ ਜਿਨ੍ਹਾਂ ਨੇ ਬੁੱਧ ਧਰਮ ਨੂੰ ਅਪਣਾਇਆ। ਤਿੰਨੋਂ ਹੀ ਪੁਆਇੰਟ ਬਹੁਤ ਜ਼ਿਆਦਾ ਇੰਪੋਰਟੈਂਟ ਆ। ਹੁਣ ਇਹ ਤੇ ਹੋ ਨਹੀਂ ਸਕਦਾ, ਛੱਡਣਾ ਕੁਝ ਨਹੀਂ ਆ, ਕਿਉਂਕਿ ਇਹ ਵੀ ਨਹੀਂ ਕਿ ਤੁਹਾਨੂੰ ਸਾਰਾ ਕੁਝ ਹੀ ਕਰਵਾਈ ਜਾਵਾਂ। ਕਰਾਉਣਾ ਮੈਂ ਉਹੀ ਆ ਜਿਹੜਾ ਸਾਨੂੰ ਪੇਪਰ ਦੇ ਵਿੱਚ ਆਉਣਾ, ਜਿਹੜਾ ਸਫੀਸ਼ੀਐਂਟ ਆ। ਸੋ ਆਹ 3 ਪੁਆਇੰਟ ਜਿਹੜੇ ਆ ਇਹ ਤੇ ਇੰਨੇ ਕੁ ਜ਼ਿਆਦਾ ਇੰਪੋਰਟੈਂਟ ਆ। ਇਹਨਾਂ ਦੀਆਂ ਬੋਧੀ ਸਭਾਵਾਂ, ਇਹਨਾਂ ਦੀਆਂ ਸ਼ਿਖਾਵਾਂ, ਕਿਹੜੇ ਰਾਜੇ ਨੇ ਇਹਨਾਂ ਨੂੰ ਅਪਣਾਇਆ। ਸੋ ਕਹਿਣ ਦਾ ਭਾਵ ਇਹ ਵੀ ਜੇ ਮੈਂ ਅੱਜ ਹੀ ਕਰਵਾ ਦਾਂ ਤੇ ਫਿਰ ਸਾਡੀ ਘੰਟੇ ਤੋਂ ਵੀ ਉੱਪਰ ਚੱਲ ਜੂਗੀ ਕਲਾਸ। ਸੋ ਯਾਨੀ ਕਿ ਇਹ ਆਪਣਾ ਜੈਨ ਧਰਮ ਦਾ ਦੂਜਾ ਪਾਰਟ ਆ। ਇਹ ਆਪਣਾ ਜੈਨ ਧਰਮ ਦਾ ਦੂਜਾ ਪਾਰਟ ਆ। ਠੀਕ ਹੈ, ਤੇ ਮੈਨੂੰ ਲੱਗਦਾ ਵੀ ਆਪਾਂ ਨੂੰ ਤੀਜਾ ਪਾਰਟ ਵੀ ਕਰਨਾ ਹੀ ਪੈਣਾ, ਕਿਉਂਕਿ ਵੀਡੀਓ ਬੜੀ ਲੈਂਥੀ ਹੋ ਜਾਣੀ ਹੈ। ਠੀਕ ਹੈ, ਤੇ ਇੰਜ ਕਰਦੇ ਆ ਵੀ ਆਪਾਂ ਇੱਕ ਕਲਾਸ ਚਲੋ ਜੈਨ ਧਰਮ ਬੁੱਧ ਧਰਮ ਦੀ ਹੋਰ ਲਾ ਲਾਂਗੇ। ਉਹ ਤੇ ਬਿਲਕੁਲ ਨਹੀਂ ਛੱਡਣੀ, ਤੁਸੀਂ ਉਹਦੀ ਵੇਟ ਕਰਨਾ। ਠੀਕ ਆ, ਤੇ ਕੋਸ਼ਿਸ਼ ਕਰੂੰਗੀ ਮੈਂ ਰਿਪੀਟਲੀ ਮਤਲਬ ਇੱਕ ਦਿਨ 'ਚ ਮੈਂ 2 ਕਲਾਸਾਂ ਪਾ ਦਿਆ ਕਰਾਂ। ਠੀਕ ਆ, ਕਿਉਂਕਿ ਇੱਕ ਦਿਨ 'ਚ ਇੱਕ ਕਲਾਸ ਮੈਨੂੰ ਨਹੀਂ ਲੱਗਦਾ ਐਵੇਂ ਆਪਣਾ ਸਿਲੇਬਸ ਕਵਰ ਹੋਊਗਾ। ਮੈਂ ਕੋਸ਼ਿਸ਼ ਕਰੂੰਗੀ। ਠੀਕ ਆ, ਵੈਸੇ ਤੇ ਚਲੋ ਆਪਾਂ ਅਗਲੀ ਕਲਾਸ ਵੀ ਆਪਾਂ ਇਹਦੀ ਲਾ ਹੀ ਲਵਾਂਗੇ, ਤੇ ਉਸ ਤੋਂ ਬਾਅਦ ਆਪਾਂ
ਸਟਾਰਟ ਕਰਾਂਗੇ ਮੌਰੀਆ ਕਾਲ, ਠੀਕ ਆ। ਉਹ ਵੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ, ਕਿਉਂਕਿ ਜੈਨ ਧਰਮ ਕੰਪਲੀਟ ਹੋਣ ਤੋਂ ਬਾਅਦ ਫਿਰ ਆਪਣਾ ਮੌਰੀਆ ਸ਼ੁਰੂ ਹੋਊਗਾ। ਜੋ ਮਤਲਬ ਜਿਵੇਂ ਮਤਲਬ ਅੱਛਾ, ਹਾਂ ਠੀਕ ਆ। ਇੱਕ ਪਹਿਲਾ ਪਾਰਟ, ਦੂਜਾ, ਹਾਂ ਠੀਕ ਆ। ਇਹ ਦੂਜਾ ਪਾਰਟ ਆ। ਤੀਜੇ ਪਾਰਟ ਦੇ ਵਿੱਚ ਆਪਾਂ ਕਰਾਂਗੇ ਇਹਨਾਂ ਦੀਆਂ ਬੋਧੀ ਸੁਭਾਵਾਂ, ਇਹਨਾਂ ਦੀਆਂ ਸਿਖਾਵਾਂ ਤੇ ਕਿਹੜੇ ਕਿਹੜੇ ਰਾਜਿਆਂ ਨੇ ਇਹਨਾਂ ਨੂੰ ਅਪਣਾਇਆ। ਸੋ ਮਿਲਦੇ ਆਪਾਂ ਫਿਰ ਅਗਲੀ ਕਲਾਸ ਦੇ ਵਿੱਚ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।